ਜਗਮੋਹਨ ਸਿੰਘ ਪੱਟੀ ਐਡਵੋਕੇਟ ਅੱਜ ਤੁਹਾਡੇ ਨਾਲ ਦਿਲ ਦੀਆਂ ਗੱਲਾਂ YouTube ਚੈਨਲ ਤੇ ਤੁਹਾਨੂੰ ਇਹ ਦੱਸਣ ਲੱਗਾ ਕਿ ਸੰਵਿਧਾਨਕ ਕਾਨੂੰਨ ਦੀਆਂ ਕਿਵੇਂ ਧੱਜੀਆਂ ਉੱਡਦੀਆਂ, ਤੁਹਾਡੇ ਸੰਵਿਧਾਨ ਦੀਆਂ, ਭਾਰਤ ਦੇ ਸੰਵਿਧਾਨ ਦੀਆਂ ਕਿਵੇਂ ਧੱਜੀਆਂ ਉੱਡਦੀਆਂ ਔਰ ਕਿਸ ਤਰ੍ਹਾਂ ਭਾਰਤ ਦੇ ਭੋਲੇ ਭਾਲੇ ਲੋਕਾਂ ਨੂੰ, ਪੰਜਾਬ ਦੇ ਭੋਲੇ ਭਾਲੇ ਲੋਕਾਂ ਨਾਲ ਖਿਲਵਾੜ ਹੁੰਦਾ ਔਰ ਇਹ ਖਿਲਵਾੜ ਕਿਵੇਂ ਹੁੰਦਾ। ਇਹ ਅੱਜ ਦਾ ਜੇ ਸਹੁੰ ਚੁੱਕ ਸਮਾਗਮ ਦੇਖਿਆ ਜਾਏ ਚਰਨਜੀਤ ਸਿੰਘ ਚੰਨੀ ਦਾ, ਉਹਨਾਂ ਨੂੰ ਮੁੱਖ ਮੰਤਰੀ ਦੇ ਤੌਰ ਤੇ ਸਹੁੰ ਚੁਕਾਈ ਗਈ ਹੈ ਔਰ ਸਹੁੰ ਚੁਕਾਈ ਗਈ ਹੈ ਆਰਟੀਕਲ 164 ਸਬ ਆਰਟੀਕਲ 1 ਸਬ ਆਰਟੀਕਲ A ਦੇ ਮੁਤਾਬਕ, ਕੌਂਸਟੀਟਿਊਸ਼ਨ ਆਫ ਇੰਡੀਆ ਦੇ ਮੁਤਾਬਕ, ਜਿਹਦੇ ਵਿੱਚ ਇਹ ਹੈ ਵੀ ਚੀਫ ਮਿਨਿਸਟਰ ਨੂੰ ਹੀ ਸਹੁੰ ਚੁਕਾਈ ਜਾ ਸਕਦੀ ਹੈ। ਡਿਪਟੀ ਮਿਨਿਸਟਰ ਦਾ ਕੋਈ ਵੀ ਟਰਮ ਨਹੀਂ ਹੈ ਕੌਂਸਟੀਟਿਊਸ਼ਨ ਦੇ ਵਿੱਚ। ਇਸ ਲਈ ਜਿਹੜੀ ਡਿਪਟੀ ਚੀਫ ਮਿਨਿਸਟਰ ਜਿਹੜੇ ਵੀ ਬਣਾਏ ਗਏ ਨੇ ਉਹਨਾਂ ਨੂੰ ਕਿਵੇਂ ਅਤੇ ਕਿਸ ਤਰ੍ਹਾਂ, ਕਿਸ ਹਿਸਾਬ ਨਾਲ ਇਹ ਬਣਾਇਆ ਗਿਆ, ਇਹ ਇੱਕ ਪਹਿਲੀ ਜਿਹੜੀ ਹੈ ਸੰਵਿਧਾਨ ਦੀ ਜਿਹੜੀ ਸਹੁੰ ਚੁੱਕੀ ਹੈ ਚਰਨਜੀਤ ਸਿੰਘ ਚੰਨੀ ਨੇ, ਉਹਦਾ ਉਲੰਘਣ ਕਰ ਦਿੱਤਾ। ਔਰ ਇਹ ਗੱਲ ਜਿਹੜੀ ਹੈ, ਮੈਂ ਇਹ ਮਾਨਯੋਗ ਹਾਈਕੋਰਟ ਦੇ ਵਿੱਚ ਦੁਸ਼ਯੰਤ ਚੌਟਾਲਾ ਦੇ ਕੇਸ ਵਿੱਚ ਖੱਟੜ ਗਵਰਨਮੈਂਟ ਦੇ ਵਿੱਚ ਜਦੋਂ ਉਹਨਾਂ ਨੂੰ ਡਿਪਟੀ ਚੀਫ ਮਿਨਿਸਟਰ ਬਣਾਇਆ ਗਿਆ ਸੀ, ਮੈਂ ਆਪਣੀ ਰਿਟ ਪਟੀਸ਼ਨ, ਸਿਵਲ ਰਿਟ ਪਟੀਸ਼ਨ PIL 221 ਆਫ 2019 ਦੇ ਵਿੱਚ, ਜਿਹਦਾ ਫੈਸਲਾ 16/11/2019 ਨੂੰ ਕੀਤਾ ਸੀ ਮਾਨਯੋਗ ਹਾਈਕੋਰਟ ਦੀ ਖੰਡਪੀਠ ਰਵੀ ਸ਼ੰਕਰ ਝਾ ਜੀ ਨੇ ਔਰ ਨਾਲ ਉਹਨਾਂ ਦੇ ਸੀਗੇ ਰਾਜੀਵ ਸ਼ਰਮਾ ਜੱਜ ਸਾਹਿਬ ਸਨ, ਦੋਨਾਂ ਨੇ ਕੀਤਾ ਸੀ ਫੈਸਲਾ। ਔਰ ਮੈਂ ਉਹਦੇ ਵਿੱਚ ਇਹ ਗੱਲ ਕਹੀ ਸੀ, ਸਾਫ਼ ਤੌਰ 'ਤੇ ਸਪਸ਼ਟ ਕੀਤੀ ਸੀ ਕਿ ਜਿਹੜੀ ਡਿਪਟੀ ਚੀਫ ਮਿਨਿਸਟਰ ਸਾਹਿਬ ਨੇ, ਦੁਸ਼ਯੰਤ ਚੌਟਾਲਾ ਜੀ ਨੇ ਸਹੁੰ ਚੁੱਕੀ ਹੈ, ਉਹ ਸੰਵਿਧਾਨ ਦਾ ਉਲੰਘਣ ਹੈ, ਕਿਉਂਕਿ ਐਸੀ ਕੋਈ ਵੀ ਪ੍ਰਾਵਧਾਨ ਨਹੀਂ ਜਿਹਦੇ ਮੁਤਾਬਕ ਸੰਵਿਧਾਨ ਦੀ ਜਿਹੜੀ ਹੈ ਉਹਨਾਂ ਨੂੰ ਇਹ ਇੱਕ ਛਤਰੀ ਮਿਲਦੀ ਹੋਵੇ, ਸਪੋਰਟ ਮਿਲਦੀ ਹੋਵੇ, ਜਿਹਦੇ ਮੁਤਾਬਕ ਉਹ ਐਜ਼ ਏ ਡਿਪਟੀ CM ਸਹੁੰ ਚੁੱਕਣ, ਕਿਉਂਕਿ ਇਟ ਇਜ਼ ਐਨ ਅਨਨੋਨ ਟਰਮ ਟੂ ਦੀ ਕੌਂਸਟੀਟਿਊਸ਼ਨ ਆਫ ਇੰਡੀਆ। ਕੌਂਸਟੀਟਿਊਸ਼ਨ ਆਫ ਇੰਡੀਆ ਦਾ ਆਰਟੀਕਲ 164 ਸਟੇਟਸ ਲਈ ਔਰ ਆਰਟੀਕਲ 75 ਜਿਹੜਾ ਹੈ ਉਹ ਯੂਨੀਅਨ ਆਫ ਇੰਡੀਆ ਦੀ ਮਿਨਿਸਟਰੀ ਦੇ ਵਾਸਤੇ ਸੰਬੰਧਿਤ ਹੈ। ਔਰ ਉਹਦੇ ਵਿੱਚ ਸਾਫ਼ ਅਤੇ ਸਪਸ਼ਟ ਤੌਰ 'ਤੇ ਇਹ ਕਿਹਾ ਗਿਆ, ਕੀ ਕਿਹਾ ਗਿਆ ਉਹਦੇ ਵਿੱਚ, ਕਿ ਜਦੋਂ ਵੀ ਕੋਈ ਵੀ ਗੱਲ ਹੋਏਗੀ ਉਹਦੇ ਵਿੱਚ ਤੁਸੀਂ ਇੱਕ ਗੱਲ ਦਾ ਧਿਆਨ ਰੱਖਣਾ ਕਿ ਸਿਰਫ ਪ੍ਰਧਾਨ ਮੰਤਰੀ ਅਤੇ ਚੀਫ ਮਿਨਿਸਟਰ ਹੀ ਜਿਹੜਾ ਹੈ ਉਹਨਾਂ ਕੋਲ ਹੀ ਅਧਿਕਾਰ ਹੈ ਕਾਊਂਸਲ ਆਫ ਮਿਨਿਸਟਰ ਰਿਕਮੈਂਡ ਕਰਨ ਦਾ। ਅਤੇ ਇਹ ਜਿਹੜੀ ਡਿਪਟੀ ਚੀਫ ਮਿਨਿਸਟਰ ਦੀ ਜਿਹੜੀ ਪੋਸਟ ਹੈ, ਜਿਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜੀ ਨੇ ਅਤੇ OP ਸੋਨੀ ਜੀ ਨੇ ਅੱਜ ਗਵਰਨਰ ਹਾਊਸ ਦੇ ਵਿੱਚ ਜਿਹੜੀ ਸਹੁੰ ਚੁੱਕੀ ਹੈ, ਉਹ ਆਪਣੇ ਆਪ 'ਤੇ ਸਹੀ ਨਹੀਂ, ਡਿਫੈਕਟਿਵ ਹੈ। ਔਰ ਮੈਂ ਜਦੋਂ ਇਹ ਗੱਲ ਮਾਨਯੋਗ ਹਾਈਕੋਰਟ ਨੂੰ ਕਹੀ ਸੀਗੀ ਅਤੇ ਮੈਂ ਉਹਦੇ ਵਿੱਚ ਇਹ ਵੀ ਗੱਲ ਕਹੀ ਸੀਗੀ ਕਿ ਗਵਰਨਰ ਸਾਹਿਬ ਨੇ, ਗਵਰਨਰ ਹਰਿਆਣਾ ਨੇ ਇਸ ਜਿਹੜੀ ਆਪਣੀ ਸਹੁੰ ਚੁੱਕੀ ਹੋਈ ਹੈ, ਸਹੁੰ ਕੀ ਹੁੰਦੀ ਹੈ ਵੀ ਮੈਂ ਕੌਂਸਟੀਟਿਊਸ਼ਨ ਦੇ ਲਈ ਫੇਥਫੁਲ ਰਹਾਂਗਾ, ਲਾਅ ਆਫ ਲੈਂਡ ਜਿਹੜਾ ਹੈ ਉਹਦੇ ਲਈ ਫੇਥਫੁਲ ਰਹਾਂਗਾ ਔਰ ਇਸ ਦੀ ਕਿਸੇ ਤਰ੍ਹਾਂ ਵਾਇਲੇਸ਼ਨ ਨਹੀਂ ਹੋਣ ਦਿਆਂਗਾ। ਔਰ ਸਹੁੰ ਚੁੱਕਦਿਆਂ ਹੀ ਵਾਇਲੇਸ਼ਨ ਹੋ ਗਈ ਔਰ ਗਵਰਨਰ ਸਾਹਿਬ ਨੇ ਵੀ ਆਪਣੇ ਜਿਹੜੀ ਸਹੁੰ ਚੁੱਕੀ ਸੀ ਉਹਦੀ ਵੀ ਵਾਇਲੇਸ਼ਨ ਕਰ ਦਿੱਤੀ। ਡਿਪਟੀ CM ਦੀ ਸਹੁੰ ਚੁਕਾ ਕੇ, ਭਾਵੇਂ ਉਹ ਹਰਿਆਣਾ ਦੇ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਜੀ ਸਨ ਅਤੇ ਭਾਵੇਂ ਅੱਜ ਜਿਹੜੇ ਨੇ ਮੁੱਖ ਮੰਤਰੀ ਜਿਹੜੇ ਨੇ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਅਤੇ OP ਸੋਨੀ ਜੀ, ਉਹਨਾਂ ਨੂੰ ਉਪ ਮੁੱਖ ਮੰਤਰੀ ਦੇ ਤੌਰ 'ਤੇ ਚੰਨੀ ਸਾਹਿਬ ਦੇ ਨਾਲ ਸਹੁੰ ਚੁਕਾ ਕੇ ਇੱਕ ਸੰਵਿਧਾਨ ਦਾ ਪਹਿਲਾ ਖਿਲਵਾੜ ਕੀਤਾ। ਕਿਹਨੇ ਕੀਤਾ? ਗਵਰਨਰ ਪੰਜਾਬ ਨੇ, ਜਿਹਦੀ ਆਪਣੀ ਸਹੁੰ ਜਿਹੜੀ ਹੈ ਜੇ ਡਿਫੈਕਟਿਵ ਹੈ। ਉਹਨਾਂ ਨੇ ਐਜ਼ ਏ ਰੈਗੂਲਰ ਗਵਰਨਰ ਜਿਹੜੀ ਹੈ ਪੰਜਾਬ ਦੇ ਸਹੁੰ ਨਹੀਂ ਚੁੱਕੀ ਉਹਨਾਂ ਨੇ। ਇਹ ਕਿਹੋ ਜਿਹੇ ਸੰਵਿਧਾਨ ਦੀਆਂ ਜਿਹੜੀਆਂ ਪਾਲਣਾ ਹੋ ਰਹੀਆਂ ਜਾਂ ਧੱਜੀਆਂ ਉੱਡ ਰਹੀਆਂ, ਇਹ ਤੁਹਾਡੇ ਵਾਸਤੇ ਸਵਾਲ ਹੈ, ਇਹ ਤੁਸੀਂ ਪੁੱਛਣਾ, ਮੈਂ ਤੁਹਾਡੇ ਅੱਗੇ ਰੱਖ ਦਿੱਤਾ। ਮੈਂ ਜਦੋਂ ਮਾਨਯੋਗ ਹਾਈਕੋਰਟ ਦੇ ਵਿੱਚ ਇਹ ਗੱਲ ਕਹੀ ਸੀ ਔਰ ਮੈਂ ਇਹ ਗੱਲ ਨਾਲ ਕਹੀ ਸੀ ਕਿ ਕਾਠੀ ਰੈਨਿੰਗ ਰਾਵਤ ਵਰਸਸ ਸਟੇਟ ਆਫ ਸੌਰਾਸ਼ਟਰਾ 1952 ਸੁਪਰੀਮ ਕੋਰਟ ਪੇਜ 123 ਦੇ ਵਿੱਚ ਇਹ ਲਿਖਿਆ, ਕੀ ਲਿਖਿਆ, ਜੁਡੀਸ਼ਰੀ ਜਿਹੜੀ ਹੈ ਗਾਰਡੀਅਨ ਆਫ ਕੌਂਸਟੀਟਿਊਸ਼ਨ ਹੈ ਔਰ ਉਸ ਦਾ ਮਕਸਦ ਕੀ ਹੈ, ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਉਹਨੂੰ ਢਾਹ ਨਾ ਲੱਗਣ ਦੇਣੀ।
ਔਰ ਉਸ ਤੋਂ ਅੱਗੇ ਇਹ ਕੀ ਕਹਿੰਦੇ ਆ ਕਿ ਡਿਪਟੀ ਚੀਫ ਮਿਨਿਸਟਰ ਦੀ ਜਿਹੜੀ ਪੋਸਟ ਹੈ ਉਹ ਪੋਲੀਟੀਕਲ ਸੈਟਲਮੈਂਟਸ ਹੈ, ਇਹ ਕੌਂਸਟੀਟਿਊਸ਼ਨ ਦੇ ਮੁਤਾਬਕ ਪਰਮਿਸਿਬਲ ਨਹੀਂ। 11 ਜੱਜਿਸ ਦਾ ਫੈਸਲਾ ਹੈ। ਜਦੋਂ ਸਾਡੀ ਹਾਈ ਕੋਰਟ ਦੀ ਖੰਡਪੀਠ 2 ਜੱਜਾਂ ਦੀ ਨੇ 16/11/2019 ਨੂੰ ਮੇਰੀ ਰਿਟ ਜਿਹੜੀ ਸੀ ਡਿਸਮਿਸ ਕੀਤੀ ਸੀ, ਇਸ ਸੁਪਰੀਮ ਕੋਰਟ ਦੀ ਜੱਜਮੈਂਟ ਨੂੰ ਨਾ ਮੰਨਦੇ ਹੋਏ ਸਿਰਫ 2 ਜੱਜਾਂ ਦਾ ਫੈਸਲਾ ਜਿਹੜਾ ਸੀ KM ਸ਼ਰਮਾ ਵਰਸਸ ਦੇਵੀ ਲਾਲ ਦੇ ਵਿੱਚ, ਜਿਹਦੇ ਵਿੱਚ ਜਦੋਂ ਦੇਵੀ ਲਾਲ ਜੀ ਨੂੰ ਉਪ ਪ੍ਰਧਾਨ ਮੰਤਰੀ ਬਣਾਇਆ ਗਿਆ ਸੀ, ਇਹ ਪੋਲੀਟੀਕਲ ਐਸਪਰਸ਼ਨਸ ਸਨ। ਜੱਜਾਂ ਨੇ ਵੀ ਜਿਹੜੀ ਹੈ ਆਪਣੀ ਸਹੁੰ ਦੀ ਵਾਇਲੇਸ਼ਨ ਕੀਤੀ ਸੀਗੀ ਉਦੋਂ ਜਦੋਂ ਦੇਵੀ ਲਾਲ ਜੀ ਜਿਹੜੇ ਸਨ ਉਹ ਉਪ ਪ੍ਰਧਾਨ ਮੰਤਰੀ ਬਣੇ ਸੀ। ਉਹਨਾਂ ਦਾ ਵੀ ਸੰਵਿਧਾਨ ਦੇ ਵਿੱਚ ਕੋਈ ਪ੍ਰਾਵਧਾਨ ਨਹੀਂ ਉਪ ਮੁੱਖ ਮੰਤਰੀ ਦਾ ਇਹ ਵਾਂਗੂ ਉਪ ਪ੍ਰਧਾਨ ਮੰਤਰੀ ਬਣਨ ਦਾ। ਔਰ ਇਹ ਜਿਹੜੀਆਂ ਇੱਕ ਅਲਾਇੰਸਿਸ ਨੇ, ਇਹ ਕੌਂਸਟੀਟਿਊਸ਼ਨ ਦੀ ਜਿਹੜੀ ਹੈ ਉਲੰਘਣਾ, ਕੌਂਸਟੀਟਿਊਸ਼ਨ ਦੀ ਜਿਹੜੀ ਸਹੁੰ ਚੁੱਕਦੇ ਨੇ ਇਹੀ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਾਂ ਪ੍ਰਧਾਨ ਮੰਤਰੀ ਸਾਹਿਬ, ਇਹਨਾਂ ਦੀ ਉਲੰਘਣਾ ਹੁੰਦੀ ਹੈ। ਜਦੋਂ ਸਾਡੇ ਮਾਨਯੋਗ ਜੱਜ ਵੀ ਸਹੁੰ ਚੁੱਕਦੇ ਨੇ ਸੰਵਿਧਾਨ ਦੇ ਥੱਲੇ ਵੀ ਅਸੀਂ ਵੀ ਜਿਹੜੇ ਸੰਵਿਧਾਨ ਪ੍ਰਤੀ ਵਫਾਦਾਰ ਰਹਾਂਗੇ, ਸੰਵਿਧਾਨ ਦਾ ਔਰ ਕਾਨੂੰਨ ਦਾ ਜਿਹੜਾ ਪਾਲਣ ਹੈ ਉਹ ਹੁੰਦਾ ਰਹੇਗਾ, ਤਾਂ ਉਹ ਵੀ ਜਦੋਂ ਇਸ ਤਰ੍ਹਾਂ ਦੇ ਫੈਸਲੇ ਦਿੰਦੇ ਨੇ ਔਰ ਸੰਵਿਧਾਨ ਦਾ ਕੋਈ ਵੀ ਕਿਸੇ ਤਰ੍ਹਾਂ ਵੀ ਮਾਨਯੋਗ ਸੁਪਰੀਮ ਕੋਰਟ ਦਾ ਵੀ ਫੈਸਲਾ ਜਿਹੜਾ 11 ਜੱਜਿਸ ਦਾ 1952 ਸੁਪਰੀਮ ਕੋਰਟ 123 ਦੇ ਵਿੱਚ ਆਇਆ, ਉਸ ਦਾ ਵੀ ਜਿਹੜਾ ਉਲੰਘਣ ਕਰਦੇ ਨੇ, ਤਾਂ ਉਹ ਆਪਣੇ ਆਪ ਦੇ ਵਿੱਚ ਵੀ ਸਹੁੰ ਦੀ ਉਲੰਘਣਾ ਕਰਦੇ ਨੇ। ਸਹੁੰ ਦੀ ਉਲੰਘਣਾ ਕਿੱਥੇ ਕਿੱਥੇ ਹੋ ਗਈ? ਗਵਰਨਰ ਆਫ ਸਟੇਟ ਨੇ ਕੀਤੀ ਜਾਂ ਰਾਸ਼ਟਰਪਤੀ ਜੀ ਨੇ ਕੀਤੀ। ਫਿਰ ਜਦੋਂ ਮੁੱਖ ਮੰਤਰੀ ਸਾਹਿਬ ਨੇ ਕਾਉਂਸਲ ਆਫ ਮਿਨਿਸਟਰ ਜਿਹੜੀ ਹੈ ਅਜੇ ਰਿਕਮੈਂਡ ਹੀ ਨਹੀਂ ਕੀਤੀ, ਅਤੇ ਉਹਦੇ ਵਿੱਚ ਉਪ ਮੁੱਖ ਮੰਤਰੀ ਸਾਹਿਬ ਕਿਹੜੇ ਪੈਰਾਸ਼ੂਟ ਰਾਹੀਂ ਆ ਗਏ, ਇਹ ਤੁਹਾਡੇ ਲਈ ਇੱਕ ਸੋਚਣ ਅਤੇ ਸਮਝਣ ਵਾਲੀ ਗੱਲ ਹੈ। ਦੂਜੀ ਚੀਜ਼ ਇਹ ਹੈ, ਜਦੋਂ ਤੁਸੀਂ ਮਾਨਯੋਗ ਹਾਈ ਕੋਰਟ ਕੋਲ ਜਾਂਦੇ ਹੋ ਜੀ, ਆਹ ਦੇਖੋ ਸੰਵਿਧਾਨ ਦੀਆਂ ਧੱਜੀਆਂ ਉੱਡ ਗਈਆਂ ਔਰ ਇਸ ਮੁਤਾਬਕ ਉੱਡ ਗਈਆਂ, ਅਤੇ ਉੱਥੇ ਵੀ ਜਿਹੜੀ ਹੈ ਮਾਨਯੋਗ ਜੱਜ ਜਦੋਂ ਫੈਸਲਾ ਕਰਦੇ ਨੇ ਉਹ ਵੀ ਆਪਣੀ ਸਹੁੰ ਦੀ ਉਲੰਘਣਾ ਕਰਕੇ ਫੈਸਲਾ ਸਿਰਫ ਉਪ ਮੁੱਖ ਮੰਤਰੀ ਦੇ ਹੱਕ ਵਿੱਚ, ਸਰਕਾਰ ਦੇ ਹੱਕ ਵਿੱਚ, ਵਕਤ ਦੀ ਸਰਕਾਰ ਦੇ ਹੱਕ ਵਿੱਚ ਇਸ ਲਈ ਦਿੰਦੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਫਿਊਚਰ ਪ੍ਰੋਸਪੈਕਟਸ ਹੁੰਦੇ ਨੇ ਆਫਟਰ ਰਿਟਾਇਰਮੈਂਟ, ਉਹ ਉਹਨਾਂ ਨੂੰ ਧੁੰਦਲੇ ਅਤੇ ਹਨੇਰੇ ਵਿੱਚ ਜਾਂਦੇ ਡਿੱਗਦੇ ਨੇ। ਔਰ ਜਦੋਂ ਉਹਨਾਂ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਕਿਸੇ ਸਰਕਾਰ ਤੋਂ, ਅਤੇ ਫਿਰ ਉਹ ਰਿਟਾਇਰਮੈਂਟ ਤੋਂ ਬਾਅਦ ਬੱਬਰ ਸ਼ੇਰ ਹੋ ਜਾਂਦੇ ਨੇ। ਔਰ ਕਿੰਨੇ ਬੱਬਰ ਸ਼ੇਰ ਵਿਖਾਈਏ ਮਾਨਯੋਗ ਸੁਪਰੀਮ ਕੋਰਟ ਦੇ ਅਤੇ ਹਾਈ ਕੋਰਟ ਦੇ, ਇਹ ਤੁਹਾਡੇ ਲਈ ਇੱਕ ਆਪਣੇ ਆਪ ਦੇ ਵੀ ਸਵਾਲ ਨੇ, ਸੋਸ਼ਲ ਮੀਡੀਆ 'ਤੇ ਵੀ ਆਉਂਦੇ ਨੇ, ਤੁਹਾਡੇ ਲਈ ਸਾਰਾ ਵਿਸਥਾਰ ਹੁੰਦਾ। ਮੇਰਾ ਇੱਥੇ ਕੁਝ ਕਹਿਣ ਦੀ ਗੱਲ ਨਹੀਂ, ਜ਼ਰੂਰਤ ਨਹੀਂ। ਪਹਿਲੀ ਚੀਜ਼ ਇਹ। ਦੂਜੀ ਚੀਜ਼ ਇਹ ਤੁਹਾਨੂੰ ਮੈਂ ਦੱਸ ਦਿਆਂ, ਮੁੱਖ ਮੰਤਰੀ ਪੰਜਾਬ ਦਲਿਤ ਬਣੇ ਨੇ। ਖੁਸ਼ੀ ਦੀ ਗੱਲ ਹੈ ਪੰਜਾਬ ਨੂੰ ਮੁੱਖ ਮੰਤਰੀ ਮਿਲਿਆ ਔਰ ਦਲਿਤ ਵਰਗ ਤੋਂ ਮਿਲਿਆ। ਕਿ ਇਹ ਦਲਿਤ ਵਰਗ ਦੇ ਮੁੱਖ ਮੰਤਰੀ ਸਾਹਿਬ ਨੂੰ ਚਲਾਉਣ ਲਈ ਜਿਹੜੇ 2 ਉਪ ਮੁੱਖ ਮੰਤਰੀ ਦਿੱਤੇ ਗਏ ਨੇ ਉਹ ਚੱਲਣ ਦੇਣਗੇ? ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਨੇ ਇਸ ਵੇਲੇ ਡਿਪਟੀ ਚੀਫ ਮਿਨਿਸਟਰ, ਉਹਨਾਂ ਦਾ ਇਹ ਬਿਆਨ ਹੈ ਕਿ ਅਸੀਂ ਜਿਹੜਾ ਮਹਿਕਮੇ ਨਾਲ ਸੰਬੰਧਿਤ ਨਹੀਂ, ਅਸੀਂ ਕੰਮ ਕਰਕੇ ਦਿਖਾਉਂਦੇ ਹਾਂ। ਇਹਦਾ ਬੜਾ ਵੱਡਾ ਮੀਨਿੰਗ ਜੇ, ਅਰਥ ਜੇ ਇਹਦੇ। ਉਹ ਅਰਥ ਕੀ ਨੇ? ਕਿਉਂਕਿ ਉਹਨਾਂ ਨੇ ਕਿਹਾ ਜੋ ਅਸੀਂ ਠਾਣ ਲਈਏ, ਜੋ ਅਸੀਂ ਸੋਚ ਲਈਏ, ਇਸ ਦਾ ਮਤਲਬ ਮੇਰੀ ਸਮਝ ਮੁਤਾਬਕ ਇਹੀ ਨਿਕਲਦਾ ਵੀ ਅਸੀਂ ਕਰਦੇ ਹਾਂ ਔਰ ਪੰਜਾਬ ਦੇ ਹਿੱਤਾਂ ਲਈ ਕਰਾਂਗੇ। ਦਲਿਤ ਮੁੱਖ ਮੰਤਰੀ ਚੰਨੀ ਜੀ ਨੂੰ ਇਹ ਬੇਨਤੀ ਹੈ, ਰੰਧਾਵਾ ਜੀ ਨੂੰ ਇਹ ਬੇਨਤੀ ਹੈ, ਸੋਨੀ ਜੀ ਨੂੰ ਇਹ ਬੇਨਤੀ ਹੈ ਕਿ ਦਲਿਤ ਵਰਗ ਦੇ ਵਿੱਚ ਵੀ ਇੰਨੀ ਕੁ ਇੱਕ ਲੁੱਟ ਖਸੁੱਟ ਜਿਹੜੀ ਹੈ ਭਰਤੀ ਹੋ ਗਈ ਹੈ ਕਿ ਜਿਹੜਾ ਇੱਕ ਦਲਿਤ ਪਰਿਵਾਰ ਅੱਗੇ ਵੱਧ ਗਿਆ, ਉਹ ਦੂਜੇ ਦਲਿਤ ਪਰਿਵਾਰ ਨੂੰ ਗ੍ਰਾਸ ਰੂਟ ਤੱਕ ਜਿਹੜਾ ਦਲਿਤ ਜਿਹੜਾ ਬੈਠਾ ਹੈ, ਜਿਹੜਾ ਪਿੰਡਾਂ ਵਿੱਚ ਬੈਠਾ ਹੈ, ਉਹਨਾਂ ਤੱਕ ਇਹ ਫੈਸਲੇ ਪਹੁੰਚਣ ਹੀ ਨਹੀਂ ਦਿੰਦਾ। ਇੱਕ ਜਿਹੜੀ ਪੀੜ੍ਹੀ ਹੈ ਉਹ 4 ਵਾਰੀ ਬੈਨੀਫਿਟ ਲੈ ਰਹੀ ਹੈ। ਇੱਕ ਜਿਹੜੀ ਹੈ ਨੌਕਰੀ ਜਿਹੜੀ ਹੈ ਉਹਦੇ ਵਿੱਚ ਹਰ ਸਟੈਪ ਦੇ ਉੱਤੇ ਦਲਿਤ ਵਰਗ ਨੂੰ ਜਿਹੜਾ ਬੈਨੀਫਿਟ ਮਿਲ ਰਿਹਾ। ਇਸ ਬੈਨੀਫਿਟ ਦੇ ਉੱਤੇ ਜੇ ਥੋੜ੍ਹਾ ਜਿਹਾ ਇੱਕ ਮੰਥਨ ਕੀਤਾ ਜਾਏ, ਚੰਨੀ ਸਾਹਿਬ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ, ਤੁਸੀਂ ਵਕੀਲ ਵੀ ਹੋ, ਸੁਣ ਲਓ, ਸੋਚ ਲਓ ਅਤੇ ਸਮਝ ਲਓ ਸੂਝਵਾਨਤਾ ਨਾਲ ਕਿ ਹਰ ਦਲਿਤ ਵਰਗ ਦੇ ਤੱਕ
ਉਹਦਾ ਹੱਕ ਪਹੁੰਚੇ। ਜੇ ਉਹਦਾ ਹੱਕ ਨਹੀਂ ਪਹੁੰਚਦਾ, IAS ਦੇ ਬੱਚੇ ਨੇ IAS ਹੀ ਬਣਨਾ, ਜਿਹੜਾ ਦਲਿਤ ਵਰਗ ਦੇ ਵਿੱਚੋਂ ਹੈ, ਉਹਦੇ ਪੋਤੇ ਨੇ ਵੀ IAS ਹੀ ਬਣਨਾ, ਪੜਪੋਤੇ ਨੇ ਵੀ IAS ਹੀ ਬਣਨਾ। ਇਹ ਪੀੜ੍ਹੀ ਦਰ ਪੀੜ੍ਹੀ ਜਿਹੜੀ ਸੰਸਥਾ ਚਲੀ ਆ ਰਹੀ ਹੈ। ਫਿਰ ਤੁਹਾਡੇ ਵੱਖਰਿਆਂਤਰਨ ਦਾ ਅਤੇ ਮੁਲਾਂਕਣ ਦਾ ਕੀ ਫਾਇਦਾ ਜੇ ਆਮ ਲੋਕਾਂ ਤੱਕ ਇਹ ਚੀਜ਼ ਨਹੀਂ ਪਹੁੰਚੀ। ਇੱਥੋਂ ਤੱਕ ਕਿ ਜਿਹੜੇ ਦਲਿਤ ਵਰਗ ਦੇ ਜਿਹੜੇ ਸਕਾਲਰਸ਼ਿਪ ਸੀ ਉਹ ਵੀ ਖਾਧੇ ਗਏ, ਔਰ ਉਹਨਾਂ ਦੇ ਉੱਤੇ ਵੀ ਤੁਸੀਂ ਕੀ ਨਜ਼ਰਸਾਨੀ ਕਰੋਗੇ। ਇਹ ਤੁਹਾਡੇ ਲਈ ਇੱਕ 70 ਦਿਨਾਂ ਦੀ ਜਾਂ 90 ਦਿਨਾਂ ਦੀ ਜਿਹੜੀ ਵੀ ਤੁਹਾਡੀ ਸਰਕਾਰ ਹੈ, ਇਹ ਆਪਣੇ ਆਪ ਦੇ ਵਿੱਚ ਬੜਾ ਵੱਡਾ ਸਵਾਲ ਪੈਦਾ ਕਰ ਰਹੀ ਹੈ, ਤੁਹਾਡੇ ਲਈ ਬੜੇ ਵੱਡੇ ਚੈਲੰਜ ਪੈਦਾ ਕਰ ਰਹੀ ਹੈ। ਤੁਸੀਂ ਆਪਣੇ ਦਲਿਤ ਸਮਾਜ ਨੂੰ ਤੁਸੀਂ ਇਹ ਕਹਿੰਦੇ ਹੋ ਕਿ ਮੈਂ ਉਸ ਘਰ ਦੇ ਵਿੱਚੋਂ ਹਾਂ ਜਿਹਦੀ ਛੱਤ ਵੀ ਨਹੀਂ, ਅਤੇ ਜੇ ਜਿਹਦੀ ਛੱਤ ਵੀ ਨਹੀਂ ਤਾਂ ਕਿੰਨੇ ਦਲਿਤ ਪਰਿਵਾਰ ਐਸੇ ਨੇ ਜਿਨ੍ਹਾਂ ਦੇ ਤੁਸੀਂ ਵਾਕਫ ਹੋ, ਜਾਣਦੇ ਹੋ ਤੁਸੀਂ ਉਹਨਾਂ ਨੂੰ, ਉਹਨਾਂ ਦੇ ਘਰ 'ਤੇ ਘੱਟੋ ਘੱਟ ਇੰਨੀ ਕੁ ਮਿਹਰਬਾਨੀ ਜ਼ਰੂਰ ਕਰ ਦਿਓ, ਹਰ ਦਲਿਤ ਨੂੰ, ਹਰ ਦਲਿਤ ਪਰਿਵਾਰ ਨੂੰ ਜਿਹੜਾ ਉਹਦਾ ਹਿੱਸਾ ਮਿਲੇ, ਬੰਦਾ ਹਿੱਸਾ ਮਿਲੇ, ਯੋਗ ਹਿੱਸਾ ਮਿਲੇ ਉਹਨਾਂ ਦਾ, ਉਹਨਾਂ ਦੀ ਵੀ ਤਰੱਕੀ ਹੋਵੇ। IAS ਦਾ ਬੇਟਾ IAS ਨਹੀਂ ਬਣਨਾ ਚਾਹੀਦਾ। ਕੁਛ ਐਸੇ ਮੁੱਠੀ ਭਰ ਪਰਿਵਾਰ ਨੇ ਜਿਨ੍ਹਾਂ ਨੇ ਇਹ ਸਹੁੰ ਚੁੱਕ ਲਈ ਹੈ ਕਿ ਅਸੀਂ ਹਰ ਸਟੇਜ 'ਤੇ, ਹਰ ਸਟੈਪ ਦੇ ਉੱਤੇ ਇੱਕ ਜਿਹੜਾ ਰਿਜ਼ਰਵੇਸ਼ਨ ਹੈ ਉਹਦਾ ਬੈਨੀਫਿਟ ਲੈਣਾ ਹੈ, ਅਤੇ ਜੇ ਉਹਨਾਂ ਨੇ ਉਹ ਮੁੜ ਬੈਨੀਫਿਟ ਲੈਣੇ ਨੇ ਅਤੇ ਇਹਦਾ ਜਿਹੜਾ ਫਾਇਦਾ ਹੈ 1950 ਤੋਂ ਲੱਗ ਕੇ ਅੱਜ ਤੱਕ ਜਿੰਨਾ ਵੀ ਅਰਸਾ ਹੋਇਆ 70-71 ਸਾਲ ਦਾ, ਕਿੰਨੇ ਦਲਿਤ ਵਰਗ ਦੇ ਜਿਹੜੇ ਪਰਿਵਾਰ ਨੇ, ਜਿਹੜੇ ਮੈਂਬਰ ਨੇ, ਉਹ ਇਸ ਚੀਜ਼ ਤੋਂ ਵੰਚਿਤ ਰਹਿ ਗਏ ਨੇ। ਤੁਸੀਂ ਇਸ ਚੀਜ਼ ਨੂੰ ਸੋਚ ਲਓ ਅਤੇ ਵਿਚਾਰ ਲਓ। ਇੱਕ ਤੁਹਾਡੇ ਲਈ ਹੋਰ ਵੱਡਾ ਚੈਲੰਜ ਹੈ ਮੀ ਟੂ, ਜਿਹਦੇ ਵਿੱਚ ਇਹ ਤੁਹਾਡੇ 'ਤੇ ਐਲੀਗੇਸ਼ਨ ਆਇਆ ਸੀ ਕਿ ਤੁਸੀਂ ਇੱਕ IAS ਬੀਬੀ ਨੂੰ ਜਿਹੜਾ ਗਲਤ ਮੈਸੇਜ ਭੇਜ ਦਿੱਤਾ ਸੀ। ਫਿਰ ਤੁਸੀਂ ਕਿਹਾ ਸੀ ਮੇਰੇ ਤੋਂ ਗਲਤੀ ਨਾਲ ਭੇਜਿਆ ਗਿਆ। ਮਨੀਸ਼ਾ ਗੁਲਾਟੀ ਜਿਹੜੀ ਹੈ ਪੰਜਾਬ ਦੀ ਵਿਮਨ ਕਮਿਸ਼ਨ ਦੀ ਜਿਹੜੀ ਹੈ ਪ੍ਰੈਜ਼ੀਡੈਂਟ ਹੈ ਜਾਂ ਚੇਅਰਪਰਸਨ ਹੈ, ਉਹਨੇ ਇਸ ਦਾ ਸੰਗਿਆਨ ਲਿਆ ਸੀ ਔਰ ਉਹਨੇ ਇਹ ਵੀ ਕਿਹਾ ਸੀ ਕਿ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ, ਇਹਨਾਂ ਨੂੰ ਡਰੋਪ ਕਰਨਾ ਚਾਹੀਦਾ। ਤੁਸੀਂ ਮੀ ਟੂ ਦੀ ਡੈਫੀਨੇਸ਼ਨ ਬਦਲ ਕੇ ਰੱਖ ਦਿਓ। ਇਸ ਵੇਲੇ ਤੁਹਾਡੇ ਲਈ ਉਚਿਤ ਮੌਕਾ ਜੇ। ਮੀ ਟੂ ਦੀ ਡੈਫੀਨੇਸ਼ਨ ਦੇ ਵਿੱਚ ਤੁਸੀਂ ਆਪਣੇ ਆਪ ਦੀ ਇੰਨੀ ਕੁ ਪ੍ਰਮਾਣਿਕਤਾ ਸਿੱਧ ਕਰ ਦਿਓ ਕਿ ਹਰ ਬਹੁ ਬੇਟੀ ਜਿਹੜੀ ਹੈ, ਅਫਸਰ ਹੈ ਜਿਹੜੀ ਹੈ ਪੰਜਾਬ ਦੀ, ਹਰ ਜਿਹੜਾ ਵਰਗ ਹੈ ਪੰਜਾਬ ਦੇ ਵਿੱਚ ਬਹੁ ਬੇਟੀ ਦਾ, ਉਹ ਆਪਣੇ ਆਪ ਨੂੰ ਇੰਨਾ ਵਧੀਆ ਸੁਰੱਖਿਅਤ ਸਮਝੇ ਕਿ ਮੋਦੀ ਸਰਕਾਰ ਦੀ ਦਿੱਤੀ ਹੋਈ ਜੁਮਲੇਬਾਜ਼ੀ ਬੇਟੀ ਪੜ੍ਹਾਓ ਬੇਟੀ ਬਚਾਓ, ਇਸ ਲਹਿਰ ਨੂੰ ਇੰਨੀ ਵੱਡੀ ਤਾਕਤ ਮਿਲ ਜਾਵੇ ਕਿ ਤੁਸੀਂ ਇੱਕ ਇੰਨੀ ਕੁ ਸਮਰੱਥਾ ਰੱਖ ਜਾਓ। ਇਹ ਮੇਰੀ ਜਿਹੜੀ ਹੈ ਤੁਹਾਡੇ ਲਈ ਸੁਜੈਸ਼ਨ ਹੈ, ਮੰਨੀ ਨਾ ਮੰਨੀ ਤੁਹਾਡੇ ਅਧਿਕਾਰ ਖੇਤਰ ਵਿੱਚ ਹੈ। ਔਰ ਮੈਂ ਤੁਹਾਨੂੰ ਇਹ ਬੇਨਤੀ ਕਰਾਂਗਾ ਕਿ ਇਹ ਮੀ ਟੂ ਜਿਹੜਾ ਮੀ ਟੂ ਦੀ ਡੈਫੀਨੇਸ਼ਨ ਨੂੰ ਬਦਲ ਕੇ ਰੱਖ ਦਿਓ ਅਤੇ ਜਿਹੜਾ ਮੋਦੀ ਸਰਕਾਰ ਦਾ ਜੁਮਲਾ ਹੈ ਉਸ ਦੇ ਵਿੱਚ ਸਾਰਥਕਤਾ, ਅਰਥ ਭਰ ਦਿਓ, ਔਰ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜੇ ਇੱਕ ਵਾਕਈ ਦਲਿਤ ਪਰਿਵਾਰ ਦੇ ਵਿੱਚੋਂ ਇੱਕ ਮੁੱਖ ਮੰਤਰੀ ਆਇਆ ਤਾਂ ਉਸ ਨੇ ਦਲਿਤ ਪਰਿਵਾਰਾਂ ਲਈ ਹੀ ਨਹੀਂ ਬਾਕੀ ਪਰਿਵਾਰਾਂ ਦੇ ਵਾਸਤੇ ਵੀ ਕੁਝ ਕੀਤਾ। ਇਹ ਵੀ ਤੁਹਾਡੇ ਲਈ ਇੱਕ ਬੜਾ ਵੱਡਾ ਚੈਲੰਜ ਹੈ। ਭਾਵੇਂ ਪੰਜਾਬ ਦੇ ਵਿੱਚ ਵਰਗੀਕਰਨ ਬਥੇਰਾ ਹੈ, ਲੇਕਿਨ ਉਸ ਵਰਗੀਕਰਨ ਨੂੰ ਕੱਢ ਦਿਓ। ਤੁਸੀਂ ਮੀ ਟੂ ਦੀ ਡੈਫੀਨੇਸ਼ਨ ਨੂੰ ਜੇ ਬਦਲਣ ਦੀ ਸਮਰੱਥਾ ਰੱਖ ਸਕਦੇ ਹੋ ਤਾਂ ਜ਼ਰੂਰ ਰੱਖੋ। ਔਰ ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਪੰਜਾਬ ਤੁਹਾਡੇ ਨਾਲ ਨੇ, OP ਸੋਨੀ ਜੀ ਤੁਹਾਡੇ ਨਾਲ ਨੇ, ਔਰ ਕੋਸ਼ਿਸ਼ ਇਹ ਕਰੋ ਜਿੰਨੇ ਵੀ ਜਿਹੜੇ ਤੁਹਾਡੇ ਵੱਡੇ ਲੀਡਰ ਸਨ ਜਾਂ ਜਿਨ੍ਹਾਂ ਨਾਲ ਤੁਹਾਡੇ ਸੰਬੰਧ ਰਹੇ ਨੇ, ਭਾਵੇਂ ਉਹ ਬਲਰਾਮ ਜਾਖੜ ਜੀ ਨੇ ਜਾਂ ਭਾਵੇਂ ਉਹ ਕਿਸੇ ਤਰ੍ਹਾਂ ਵੀ ਕਿਸੇ ਵੀ ਧਿਰ ਨਾਲ ਸੰਬੰਧਿਤ ਨੇ, ਉਹਨਾਂ ਨੂੰ ਨਾਲ ਲੈ ਕੇ ਇਕੱਠੇ ਤੁਰਨ ਦੀ ਸਮਰੱਥਾ ਬਣ ਲਓ। ਇਹ ਮੀ ਟੂ ਦੀ ਡੈਫੀਨੇਸ਼ਨ ਜੇ ਤੁਸੀਂ ਬਦਲ ਦਿੰਦੇ ਹੋ ਤਾਂ ਤੁਸੀਂ ਐਸਟੈਬਲਿਸ਼ ਕਰ ਦਿਓਗੇ ਕਿ ਤੁਸੀਂ ਵਾਕਈ ਕੁਝ ਕਰਨ ਦੀ ਰੰਗਰੇਟਾ ਗੁਰੂ ਕਾ ਬੇਟਾ ਵਾਲੀ ਗੱਲ ਜਿਹੜੀ ਹੈ ਉਹਦੇ 'ਤੇ ਪ੍ਰਮਾਣਿਕਤਾ ਕਰ ਦਿਓਗੇ, ਪੂਰੀ ਸਿੱਧ ਕਰ ਦਿਓਗੇ, ਅਤੇ ਇਹ ਇੱਕ ਬੜਾ ਵੱਡਾ ਗੱਲ ਹੋਏਗੀ। ਅੱਜ ਗੱਲਾਂ ਇੰਨੀਆਂ ਹੀ ਜ਼ਿਆਦਾ ਨਹੀਂ ਕਰਨੀਆਂ। ਇਹ ਜਿਹੜੀਆਂ ਅਪਾਇੰਟਮੈਂਟਾਂ ਹੋਈਆਂ ਡਿਪਟੀ CM ਦੀਆਂ, ਇਹ ਜਿਹੜੀਆਂ ਹਾਈ ਕੋਰਟ ਦੇ ਵਿੱਚ ਚੈਲੰਜ ਹੋ ਸਕਦੀਆਂ ਨੇ, ਲੇਕਿਨ ਸਾਨੂੰ ਹਾਈ ਕੋਰਟ ਦਾ ਰੁਖ ਪਤਾ ਹੈ, ਇਸ ਵਾਸਤੇ ਇਹਨਾਂ ਨੂੰ ਉੱਥੇ ਲਿਜਾਣ ਦਾ ਕੋਈ ਫਾਇਦਾ ਨਹੀਂ। ਲੇਕਿਨ ਚੀਜ਼ ਇਹ ਹੈ, ਜੇ ਤੁਸੀਂ ਕਾਨੂੰਨ ਦੀਆਂ ਧੱਜੀਆਂ ਨਹੀਂ ਉਡਣ ਦਿਓਗੇ, ਸੰਵਿਧਾਨ ਦੀ
ਸਾਰਥਕਤਾ ਨੂੰ, ਪ੍ਰਮਾਣਿਕਤਾ ਨੂੰ ਸਿੱਧ ਕਰ ਦਿਓਗੇ ਤੇ ਇਹ ਤੁਹਾਡੇ ਲਈ ਇੱਕ ਬੜਾ ਵੱਡਾ ਸਵਾਲ ਹੋਏਗਾ। ਜਿਹੜੇ ਕੈਪਟਨ ਗਵਰਨਮੈਂਟ ਧਾਂਦਲੀ ਦੇ ਵਿੱਚ ਫੈਸਲੇ ਕਰ ਗਈ ਹੈ, ਉਹ ਫੈਸਲਿਆਂ 'ਤੇ ਵੀ ਮੁੜ ਕੇ ਨਜ਼ਰਸਾਨੀ ਕਰ ਲਓ, ਕਿਉਂਕਿ ਕੁਝ ਪੋਸਟਾਂ ਉਹਨਾਂ ਨੇ ਐਸੀਆਂ ਕ੍ਰੀਏਟ ਕਰ ਦਿੱਤੀਆਂ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਜਿਹੜਾ ਅਧਿਕਾਰ ਖੇਤਰ ਹੈ, ਅਪੁਆਇੰਟਮੈਂਟਸ ਦਾ, ਐਗਜ਼ਾਮੀਨੇਸ਼ਨ ਦਾ ਜਾਂ ਹੋਰ ਚੀਜ਼ਾਂ ਦਾ, ਉਹਨਾਂ ਨੂੰ ਵੀ ਉਹਨਾਂ ਨੇ ਖੋਹਣ ਦਾ ਯਤਨ ਕੀਤਾ। ਇਹ ਇੱਕ ਐਸੀ ਲੁੱਟ ਖਸੁੱਟ ਦਾ ਦੌਰ ਸੀ ਜਿਹਦੇ ਵਿੱਚੋਂ ਤੁਸੀਂ ਬਦਲਣਾ ਔਰ ਮੀ ਟੂ ਦੀ ਪ੍ਰਮਾਣਿਕਤਾ ਨੂੰ ਸਿੱਧ ਕਰਨਾ। ਗੱਲਾਂ ਅਜਿਹੀਆਂ ਹੀ, ਜ਼ਿਆਦਾ ਨਹੀਂ। ਮੇਰੀ ਵੀਡੀਓ ਤੁਹਾਨੂੰ ਪਸੰਦ ਆਈ ਹੈ, ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ, ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਨਾ। ਇਹਨਾਂ ਕਹਿੰਦੇ ਹੋਇਆ ਮੈਂ ਤੁਹਾਡੇ ਤੋਂ ਆਗਿਆ ਲੈਣਾ।